ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੀ ਸਾਖੀ 'ਚ ਅਸੀਂ ਗੱਲ ਕੀਤੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਝੰਡੇ ਨਾਂ ਦੇ ਵਿਅਕਤੀ ਨੂੰ ਸਾਰੇ ਇਲਾਕੇ ਦਾ ਗੁਰੂ ਕਰਕੇ ਉਸ ਨੂੰ ਮੰਜੀ ਬਖਸ਼ ਦਿੱਤੀ ਸੀ। ਜਦ ਇਸ ਗੱਲ ਦਾ ਰਾਜਾ ਸੁਦਰਸੈਨ ਨੂੰ ਪਤਾ ਲੱਗਾ ਕਿ ਇੱਕ ਤਪੇ ਨੇ ਝੰਡੇ ਨੂੰ ਸਾਰੇ ਨਗਰ ਦਾ ਗੁਰੂ ਬਣਾ ਦਿੱਤਾ ਹੈ, ਤਾਂ ਉਸਨੇ ਗੁਰੂ ਜੀ ਨੂੰ ਸੱਦਣ ਵਾਸਤੇ ਇੱਕ ਆਦਮੀ ਭੇਜਿਆ। ਉਸ ਸਮੇਂ ਗੁਰੂ ਜੀ ਪਾਸ ਇੰਦਰਸੇਨ ਤੇ ਝੰਡਾ ਦੋਵੇਂ ਬੈਠੇ ਸਨ। ਰਾਜੇ ਦੇ ਉਸ ਆਦਮੀ ਨੇ ਕਿਹਾ, ਤੁਹਾਡੇ ਵਿੱਚੋਂ ਤਪਾ ਕਿਹੜਾ ਹੈ? ਉਸ ਨੂੰ ਰਾਜਾ ਸੁਦਰਸੈਨ ਨੇ ਬੁਲਾਇਆ ਹੈ। ਤਦ ਇੰਦਰਸੇਨ ਨੇ ਗੁਰੂ ਜੀ ਨੂੰ ਕਿਹਾ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਰਾਜੇ ਪਾਸ ਜਾ ਕੇ ਤੁਹਾਡੀ ਬਾਬਤ ਸਭ ਕੁਝ ਸਮਝਾ ਦੇਵਾਂ, ਕਿਉਂਕਿ ਉਹ ਤੁਹਾਡੀ ਮਹਿਮਾ ਨੂੰ ਨਹੀਂ ਜਾਣਦਾ ਤੇ ਕੋਈ ਅਯੋਗ ਗੱਲ ਨਾ ਕਰੇ। ਇੰਦਰਸੈਨ ਆਗਿਆ ਲੈ ਕੇ ਸੁਦਰਸੈਨ ਪਾਸ ਗਿਆ ਅਤੇ ਉਸ ਨੂੰ ਆਖਿਆ, ਸਰਨ ਗਉ ਸੰਤ ਕੀ ਲਖੀਏ ਸਰੂਪ ਕਰਤਾਰ, ਅਰਥਾਤ ਹੇ ਰਾਜਨ, ਤਪਾ ਗੁਰੂ ਨਾਨਕ ਜੀ ਕਰਤਾਰ ਦਾ ਰੂਪ ਹਨ, ਉਹਨਾਂ ਦੀ ਸ਼ਰਨੀ ਪੈ ਜਾਵੋ, ਕਿਉਂਕਿ ਉਹ ਊਨਿਆਂ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਊਨੇ ਕਰ ਦਿੰਦਾ ਹੈ, ਉਜੜਿਆਂ ਨੂੰ ਵਸਾਉਣ ਵਾਲਾ ਤੇ ਵਸਦਿਆਂ ਨੂੰ ਉਜਾੜਨ ਵਾਲਾ ਹੈ, ਛੋਟੇ ਤੋਂ ਵੱਡਾ ਤੇ ਵੱਡੇ ਤੋਂ ਇੱਕ ਛਿਨ ਵਿੱਚ ਛੋਟਾ ਕਰਨ ਵਾਲਾ ਹੈ। ਹੇ ਰਾਜਨ, ਗੁਰੂ ਜੀ ਨੂੰ ਐਸਾ ਸਮਰਥ ਸ਼ਕਤੀਵਾਨ ਸਮਝੋ। ਗੁਰੂ ਜੀ ਦੀ ਮਹਿਮਾ ਸੁਣ ਕੇ ਸੁਦਰਸੈਨ ਬੜੀ ਸ਼ਰਧਾ ਨਾਲ ਦੀਨ ਹੋ ਕੇ ਮਿੱਠੇ ਫਲ ਤੇ ਅਨੇਕ ਪ੍ਰਕਾਰ ਦੇ ਭੋਜਨ ਲੈ ਕੇ ਨੰਗੇ ਪੈਰੀ ਚੱਲ ਕੇ ਗੁਰੂ ਜੀ ਦੇ ਹਾਜ਼ਰ ਹੋਇਆ। ਅਸ਼ਟਾਂਗ ਹੋ ਕੇ ਚਰਨਾਂ ਤੇ ਸਿਰ ਰੱਖ ਕੇ ਉੱਥੇ ਹੀ ਲੰਮਾ ਪਿਆ ਰਿਹਾ। ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਪਿੱਠ ਤੇ ਥਾਪੀ ਦੇ ਕੇ ਆਖਿਆ, ਉੱਠੋ ਰਾਜਨ, ਤੂੰ ਆਪਣੇ 17 ਗਵਾਂਢੀ ਰਾਜਿਆਂ ਦਾ ਰਾਜਾ ਹੋ ਗਿਆ ਹੈ, ਉਹ ਸਾਰੇ ਤੇਰੀ ਈਨ ਮੰਨਣਗੇ। ਸੁਦਰਸੈਨ ਇਹ ਬਚਨ ਸੁਣ ਕੇ ਬੜਾ ਪ੍ਰਸੰਨ ਹੋਇਆ। ਹੈ ਸੁਦਰਸੇਨ, ਤੂੰ ਝੰਡੇ ਦੀ ਬਰਾਬਰੀ ਨਾ ਕਰੀ, ਉਸ ਦੇ ਅੱਗੇ ਨੀਵੇਂ ਹੋ ਕੇ ਰਹਿਣਾ। ਇਸ ਦੇਸ਼ ਦੀ ਸਾਰੀ ਸਿੱਖੀ ਅਸਾਂ ਝੰਡੇ ਦੇ ਸਪੁਰਦ ਕੀਤੀ ਹੈ। ਰਾਜੇ ਨੇ ਕਿਹਾ, ਗੁਰੂ ਜੀ, ਮੇਰਾ ਰਾਜ ਭਾਗ ਝੰਡੇ ਨੂੰ ਦੇ ਦਿਓ ਤੇ ਮੈਨੂੰ ਆਪਣੇ ਨਾਲ ਲੈ ਚੱਲੋ, ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਗੱਲ ਕਰਕੇ ਰਾਜੇ ਦੀਆਂ ਅੱਖਾਂ 'ਚੋਂ ਪ੍ਰੇਮ ਨਾਲ ਅਥਰੂ ਵਗਣ ਲੱਗ ਪਏ। ਰਾਜੇ ਦੀ ਸ਼ਰਧਾ ਤੇ ਪ੍ਰੇਮ ਵੇਖ ਕੇ ਗੁਰੂ ਜੀ ਨੇ ਕਿਹਾ, ਹੇ ਰਾਜਨ, ਅਸੀਂ ਸਦਾ ਹੀ ਤੇਰੇ ਪਾਸ ਹਾਂ। ਜਦੋਂ ਤੂੰ ਸਾਡੇ ਪ੍ਰਤੱਖ ਦਰਸ਼ਨ ਕਰਨੇ ਚਾਹੇਂ, ਪਵਿੱਤਰਤਾ ਨਾਲ ਕੜਾਹ ਪ੍ਰਸ਼ਾਦ ਕਰਕੇ ਪਾਸ ਇੱਕ ਟਕਾ ਰੱਖ ਕੇ ਅਰਦਾਸ ਕਰਨੀ, ਮੈਂ ਉਸੇ ਸਮੇਂ ਪ੍ਰਗਟ ਹੋ ਕੇ ਤੇਰੇ ਮਨ ਦੀ ਕਾਮਨਾ ਪੂਰੀ ਕਰਾਂਗਾ। ਇਸ ਤਰ੍ਹਾਂ ਰਾਜੇ ਸਹਿਤ ਸਭ ਨੂੰ ਧੀਰਜ ਦੇ ਕੇ ਗੁਰੂ ਜੀ ਅੱਗੇ ਨੂੰ ਵਿਦਾ ਹੋ ਗਏ। ਸੁਦਰਸੇਨ ਨੂੰ ਧੀਰਜ ਦੇ ਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਸਮੁੰਦਰ ਉੱਤੇ ਗੁਰੂ ਜੀ ਸਾਫ਼ ਪੱਧਰੀ ਧਰਤੀ ਵਾਂਗੂ ਤੁਰੇ ਜਾਂਦੇ ਸਨ ਅਤੇ ਮੂੰਹ ਤੋਂ ਬੜੇ ਮਿੱਠੇ ਮਿੱਠੇ ਹਾਸ ਰਸ ਦੇ ਬਚਨ ਕਰਦੇ ਹੋਏ ਹੌਲੀ ਹੌਲੀ ਗੁਰੂ ਜੀ ਇੱਕ ਟਾਪੂ ਵਿੱਚ ਪਹੁੰਚ ਗਏ। ਉੱਥੋਂ 2 ਕੋਹਾਂ ਤੇ ਇੱਕ ਬੜਾ ਸੁੰਦਰ ਸ਼ਹਿਰ ਵੇਖ ਕੇ ਗੁਰੂ ਜੀ ਉੱਥੇ ਹੀ ਡੇਰਾ ਲਾ ਕੇ ਬੈਠ ਗਏ। ਮਰਦਾਨੇ ਨੇ ਕਿਹਾ, ਜੇ ਆਗਿਆ ਦਿਓ ਤਾਂ ਸ਼ਹਿਰ ਵਿੱਚੋਂ ਕੁਝ ਖਾ ਆਵਾਂ। ਗੁਰੂ ਜੀ ਨੇ ਕਿਹਾ, ਇਸ ਸ਼ਹਿਰ ਦਾ ਨਾਮ ਬ੍ਰਹਮਪੁਰ ਹੈ ਅਤੇ ਇੱਥੋਂ ਦਾ ਰਾਜਾ ਬ੍ਰਾਹਮਣ ਹੈ। ਜਦ ਗੁਰੂ ਜੀ ਇਹ ਗੱਲਾਂ ਕਰ ਰਹੇ ਸਨ ਤਾਂ ਹਰਨਾਂ ਦੀ ਇੱਕ ਵੱਡੀ ਡਾਰ ਅੱਗੋਂ ਭੱਜੀ ਭੱਜੀ ਲੰਘੀ ਅਤੇ ਉਹਨਾਂ ਦੇ ਪਿੱਛੇ ਸੂਰ ਆਉਂਦੇ ਡਿੱਠੇ। ਇਹਨਾਂ ਦੇ ਪਿੱਛੋਂ ਬੜੇ ਜ਼ੋਰ ਨਾਲ ਕੁੱਤੇ ਭੱਜੇ ਜਾ ਰਹੇ ਸਨ ਅਤੇ ਕੁੱਤਿਆਂ ਦੇ ਪਿੱਛੇ ਸ਼ਿਕਾਰੀ ਹੱਥਾਂ ਵਿੱਚ ਜਾਲ ਫੜ ਕੇ ਭੱਜੇ ਜਾ ਰਹੇ ਸਨ। ਹਰਨਾਂ ਅਤੇ ਸੂਰਾਂ ਦੀਆਂ ਡਾਰਾਂ ਉੱਤੇ ਬਾਜ ਬਹਿਰੀਆਂ ਉਹਨਾਂ ਨੂੰ ਝਪਟਾ ਮਾਰਨ ਵਾਸਤੇ ਉੱਡੇ ਜਾ ਰਹੇ ਸਨ। ਇਹਨਾਂ ਸ਼ਿਕਾਰੀਆਂ ਦੇ ਪਿੱਛੇ ਘੋੜ ਸਵਾਰ ਘੋੜੇ ਦੌੜਾਈ ਆ ਰਹੇ ਸਨ ਅਤੇ ਉਹਨਾਂ ਦੇ ਪਿੱਛੇ ਰਾਜਾ ਮਧੁਰਬੈਨ ਘੋੜੇ ਤੇ ਚੜ੍ਹਿਆ ਆ ਰਿਹਾ ਸੀ। ਜਦ ਉਹ ਗੁਰੂ ਜੀ ਪਾਸੋਂ ਲੰਘਣ ਲੱਗਾ ਤਾਂ ਉਸਨੇ ਮਰਦਾਨੇ ਨੂੰ ਪੁੱਛਿਆ, ਤੁਸੀਂ ਕੌਣ ਹੋ ਜੋ ਜੰਗਲ ਵਿੱਚ ਬੈਠੇ ਹੋ? ਮਰਦਾਨਾ ਭੁੱਖ ਨਾਲ ਅੱਕਿਆ ਬੈਠਿਆ ਸੀ। ਉਸਨੇ ਰਾਜੇ ਵੱਲ ਅੱਖਾਂ ਕਰਕੇ ਕ੍ਰੋਧ ਨਾਲ ਆਖਿਆ, ਤੇਰੀਆਂ ਅੱਖਾਂ ਨਾਲ ਹਨ, ਤੈਨੂੰ ਨਹੀਂ ਦਿਸਦਾ ਸੀ ਕੌਣ ਹਾਂ? ਭਾਈ ਬਾਲੇ ਨੇ ਜਦ ਇਹ ਵੇਖਿਆ ਕਿ ਮਰਦਾਨਾ ਭੁੱਖ ਨਾਲ ਸਤਿਆ ਹੋਇਆ ਇਸ ਤਰ੍ਹਾਂ ਗੁੱਸੇ ਨਾਲ ਬੋਲ ਰਿਹਾ ਹੈ, ਤਾਂ ਭਾਈ ਬਾਲੇ ਨੇ ਰਾਜੇ ਨੂੰ ਕਿਹਾ, ਅਸੀਂ ਬੜੀ ਦੂਰ ਤੋਂ ਆਏ ਹਾਂ, ਸਾਡੀ ਕਿਸੇ ਨਾਲ ਜਾਣ ਪਛਾਣ ਨਹੀਂ ਹੈ, ਅਸੀਂ ਸੰਤ ਭੇਖ ਵਿੱਚ ਦੇਸ਼ ਪ੍ਰਦੇਸ਼ ਦੀ ਸੈਰ ਕਰਦੇ ਫਿਰਦੇ ਹਾਂ। ਇਹ ਗੱਲ ਸੁਣ ਕੇ ਮਧੁਰਬੈਨ ਨੇ ਮਨ ਵਿੱਚ ਸੋਚਿਆ ਕਿ ਉਹੀ ਤਪਾ ਨਾ ਹੋਵੇ ਜਿਸ ਨੇ ਝੰਡੇ ਵਾਢੀ ਨੂੰ ਗੁਰੂ ਬਣਾਇਆ ਹੈ ਅਤੇ ਮਧੁਰਬੈਨ ਨੂੰ ਰਾਜਿਆਂ ਉੱਤੇ ਵੱਡਾ ਰਾਜਾ ਕੀਤਾ ਹੈ। ਇਹ ਵਿਚਾਰ ਕੇ ਪੁੱਛਣ ਲੱਗਾ, ਤੁਹਾਡਾ ਨਾਮ ਕੀ ਹੈ ਅਤੇ ਦੇਸ਼ ਕਿਹੜਾ ਹੈ? ਕਿੱਥੇ ਜਾ ਰਹੇ ਹੋ ਅਤੇ ਤੁਹਾਡਾ ਭੇਖ ਕਿਹੜਾ ਹੈ? ਭਾਈ ਬਾਲੇ ਨੇ ਉੱਤਰ ਦਿੱਤਾ ਕਿ ਇਹ ਤਪਾ ਗੁਰੂ ਨਾਨਕ ਜੀ ਹਨ, ਇਹਨਾਂ ਦੇ ਪਾਸ ਮਰਦਾਨਾ ਬੈਠਾ ਹੈ ਅਤੇ ਮੇਰਾ ਨਾਮ ਬਾਲਾ ਹੈ। ਅਸੀਂ ਇਹਨਾਂ ਦੇ ਚਰਨਾਂ ਦੇ ਸੇਵਕ ਹਾਂ। ਸਾਡਾ ਦੇਸ਼ ਪੰਜਾਬ ਹੈ।
ਇਹ ਗੱਲਾਂ ਸੁਣ ਕੇ ਮਧੁਰਬੈਨ ਨੇ ਘੋੜੇ ਤੋਂ ਉਤਰ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਤਪਾ ਜੀ, ਆਪ ਸ਼ਹਿਰ ਵਿੱਚ ਚਲੋ ਅਤੇ ਸੁੰਦਰ ਮੰਦਰਾਂ ਵਿੱਚ ਚਰਨ ਪਾ ਕੇ ਪਵਿੱਤਰ ਕਰੋ। ਭੰਡਾਰੇ ਲਈ ਮਨ ਭਾਉਂਦੀ ਰਸਦ ਲੈ ਕੇ ਭੋਜਨ ਕਰੋ। ਜੇ ਨਗਰ ਵਿੱਚ ਨਹੀਂ ਜਾਣਾ ਚਾਹੁੰਦੇ ਤਾਂ ਹੁਕਮ ਕਰੋ, ਸਭ ਕੁਝ ਇੱਥੇ ਹੀ ਭੇਜ ਦਿੰਦੇ ਹਾਂ। ਰਾਜੇ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਸੀ ਤੇ ਗੁਰੂ ਜੀ ਦੇ ਇਹ ਬਚਨ ਸੁਣ ਕੇ ਰਾਜਾ ਮਧੁਰਬੈਨ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਉਪਦੇਸ਼ ਬਖਸ਼ੋ ਜਿਸ ਨਾਲ ਸ਼ੁਭ ਗਤੀ ਹੋਵੇ। ਗੁਰੂ ਜੀ ਨੇ ਉਸ ਨੂੰ ਸ਼ਰਧਾਵਾਨ ਅਧਿਕਾਰੀ ਸਮਝ ਕੇ ਬਚਨ ਕੀਤਾ ਕਿ ਜਗਤ ਨੂੰ ਮਿਥਿਆ ਜਾਣੋ, ਸਤਨਾਮ ਦਾ ਸਿਮਰਨ ਕਰੋ। ਨਾਮ ਸਿਮਰਨ ਤੋਂ ਬਿਨਾਂ ਸਾਰੇ ਜਪ ਤਪ ਤੇ ਧਰਮ ਕਰਮ ਨਿਸਫਲ ਹਨ। ਜਿਵੇਂ ਕਾਗਜ਼ ਉੱਪਰ ਏਕਾ ਅੰਕ ਲਿਖਣ ਤੋਂ ਬਿਨਾਂ ਭਾਵੇਂ ਕਿੰਨੀਆਂ ਬਿੰਦੀਆਂ ਲਿਖੀਏ ਉਹਨਾਂ ਦੀ ਕੋਈ ਰਕਮ ਨਹੀਂ ਬਣਦੀ, ਸਭ ਲਿਖਣਾ ਬੇਅਰਥ ਹੀ ਜਾਂਦਾ ਹੈ। ਇਸ ਪ੍ਰਕਾਰ ਹੀ ਇੱਕ ਨਾਮ ਤੋਂ ਬਿਨਾਂ ਜਿਤਨੇ ਵੀ ਜਪ ਤਪ ਤੇ ਨੇਮ ਕਰਮ ਹਨ ਸਭ ਬਿਰਥਾ ਜਾਂਦੇ ਹਨ। ਜੇ ਏਕਾ ਲਿਖ ਕੇ ਉਸ ਨਾਲ ਬਿੰਦੀਆਂ ਪਾਈਏ ਤਾਂ ਇੱਕ ਇੱਕ ਬਿੰਦੀ ਨਾਲ ਉਸ ਦੀ 10 ਗੁਣਾ ਕੀਮਤ ਵੱਧ ਜਾਂਦੀ ਹੈ। ਤਿਵੇਂ ਹੀ ਨਾਮ ਸਿਮਰਨ ਨਾਲ ਜੇਕਰ ਜਪ ਤਪ ਤੇ ਹੋਰ ਧਰਮ ਕਰਮ ਤੇ ਨੇਮ ਕੀਤੇ ਜਾਣ ਤਾਂ ਉਹਨਾਂ ਦਾ ਬਹੁਤ ਫਲ ਹੁੰਦਾ ਹੈ। ਐਸੇ ਪੁਰਸ਼ ਮੁਕਤੀ ਨੂੰ ਪ੍ਰਾਪਤ ਹੁੰਦੇ ਹਨ। ਹੇ ਰਾਜਾ, ਇਹ ਮਨ ਅਵਾਰਾ ਪਸ਼ੂ ਦੀ ਨਿਆਈ ਹੈ ਜੋ ਆਪਣੇ ਸਥਾਨ ਨੂੰ ਛੱਡ ਕੇ ਬੇਗਾਨਿਆਂ ਖੇਤੀਆਂ ਨੂੰ ਦੌੜਦਾ ਹੈ, ਪਰ ਜੇ ਇਸ ਦੇ ਗੱਲ ਗੁਰੂ ਸ਼ਬਦ ਰੂਪੀ ਡਇਆ ਬੰਨ੍ਹ ਦਈਏ ਤਾਂ ਫਿਰ ਇਹ ਬਾਹਰ ਨਹੀਂ ਦੌੜਦਾ ਅਤੇ ਅੰਤ ਨੂੰ ਦਰਗਾਹ ਵਿੱਚ ਸੁਰਖਰੂ ਹੋ ਕੇ ਜਾਂਦਾ ਹੈ। ਇਸ ਪ੍ਰਕਾਰ ਦਾ ਸ਼ੁਭ ਉਪਦੇਸ਼ ਸੁਣ ਕੇ ਰਾਜੇ ਦੀ ਨਾਮ ਨਾਲ ਲਿਵ ਲੱਗ ਗਈ। ਉਸ ਦੇ ਹਿਰਦੇ ਭਗਤੀ ਭਾਵ ਜਾਗ ਪਿਆ। ਉਪਰੰਤ ਉਸ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਆਪਣੇ ਮੰਦਰਾਂ ਵਿੱਚ ਲਿਆਂਦਾ ਅਤੇ ਬਹੁਤ ਸੇਵਾ ਕੀਤੀ। ਗੁਰੂ ਜੀ ਨੇ ਇੱਥੇ ਸਤ ਸੰਗਤ ਦੀ ਮਰਿਆਦਾ ਸਥਾਪਨ ਕਰਕੇ ਅਨੇਕਾਂ ਪੁਰਸ਼ਾਂ ਨੂੰ ਭਗਤੀ ਭਾਵ ਵਿੱਚ ਜੋੜ ਦਿੱਤਾ। ਰਾਜੇ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਸਤ ਸੰਗ ਵਾਸਤੇ ਧਰਮਸ਼ਾਲਾ ਬਣਵਾਈ ਅਤੇ ਦੇਗ ਚਲਾਈ। ਕੁਝ ਦਿਨ ਉਪਰੰਤ ਜਦ ਗੁਰੂ ਜੀ ਚੱਲਣ ਲੱਗੇ ਤਾਂ ਆਪ ਜੀ ਨੇ ਕਿਹਾ, ਹੇ ਰਾਜਾ ਮਧੁਰਬੈਨ, ਤੁਸਾਂ ਰਾਜਾ ਮਧੁਰਸੈਨ ਦੀ ਈਨ ਮੰਨ ਕੇ ਉਸ ਨੂੰ ਭੇਟਾ ਦੇਣੀ। ਮਧੁਰਬੈਨ ਨੇ ਕਿਹਾ, ਜਿਵੇਂ ਹੁਕਮ ਹੈ ਤਿਵੇਂ ਹੀ ਕਰਾਂਗਾ। ਇੱਥੋਂ ਚੱਲ ਕੇ 3 ਦਿਨਾਂ ਉਪਰੰਤ ਗੁਰੂ ਜੀ ਇੱਕ ਪਹਾੜ ਲਾਗੇ ਰਮਣੀਕ ਥਾਂ ਵੇਖ ਕੇ ਬੈਠ ਗਏ। ਇਸ ਟਾਪੂ ਵਿੱਚ ਬਹੁਤ ਪਹਾੜ ਸਨ। ਇਸ ਵਿੱਚ ਇੱਕ ਦੇਵ ਗੰਧਾਰ ਨਗਰ ਸੀ ਜਿਸ ਦਾ ਰਾਜਾ ਇੱਕ ਰਾਖਸ਼ ਦੇਵਲੂਤ ਸੀ। ਜਦ ਗੁਰੂ ਜੀ ਇੱਕ ਪਹਾੜ ਪਾਸ ਸੋਹਣੀ ਰਮਣੀਕ ਥਾਂ ਵੇਖ ਕੇ ਬੈਠ ਗਏ ਤਾਂ ਮਰਦਾਨੇ ਨੇ ਕਿਹਾ, ਗੁਰੂ ਜੀ 3 ਦਿਨ ਹੋ ਗਏ ਹਨ, ਕੁਝ ਖਾਧਾ ਪੀਤਾ ਨਹੀਂ, ਮੈਨੂੰ ਬਹੁਤ ਭੁੱਖ ਲੱਗੀ ਹੈ। ਗੁਰੂ ਜੀ ਨੇ ਕਿਹਾ, ਮਰਦਾਨਾ, ਇਹ ਨਗਰ ਵੀ ਕੌਡੇ ਰਾਖਸ਼ ਵਰਗਾ ਹੀ ਹੈ ਜਿਸ ਨੇ ਤੈਨੂੰ ਤੇਲ ਦੇ ਤਪਦੇ ਕੜਾਹੇ ਵਿੱਚ ਪਾ ਦਿੱਤਾ ਸੀ। ਹੁਣ ਜੇ ਤੇਰੀ ਮਰਜ਼ੀ ਹੈ ਤਾਂ ਚਲਿਆ ਜਾ, ਕੁਝ ਖਾ ਪੀ ਆ। ਮਰਦਾਨੇ ਨੇ ਕਿਹਾ, ਸੜ ਜਾਵੇ ਇਹ ਨਗਰ, ਮੈਂ ਇਸ ਵਿੱਚ ਕਦੇ ਨਹੀਂ ਜਾਵਾਂਗਾ। ਗੁਰੂ ਜੀ ਨੇ ਹੱਸ ਕੇ ਕਿਹਾ, ਇਸ ਨਗਰ ਵਿੱਚ ਜਾਣ ਤੋਂ ਬਿਨਾਂ ਕੰਮ ਨਹੀਂ ਬਣੇਗਾ, ਇਸ ਕਰਕੇ ਅੱਜ ਤੂੰ ਜ਼ਰੂਰ ਚਲਿਆ ਜਾ। ਮਰਦਾਨੇ ਨੇ ਕਿਹਾ, ਗੁਰੂ ਜੀ ਮੈਨੂੰ ਰਾਖਸ਼ ਪਾਸੋਂ ਕਿਉਂ ਮਰਵਾਉਂਦੇ ਹੋ, ਆਪ ਹੀ ਮਾਰ ਦਿਓ। ਇਸ ਤਰ੍ਹਾਂ ਹਾਸ ਵਿਲਾਸ ਦੇ ਬਚਨ ਹੋ ਰਹੇ ਸਨ ਕਿ ਰਾਖਸ਼ਾਂ ਦਾ ਰਾਜਾ ਸ਼ਿਕਾਰ ਖੇਡਣ ਵਾਸਤੇ ਰਾਖਸ਼ਾਂ ਦੀ ਭਿਆਨਕ ਫੌਜ ਲੈ ਕੇ ਆ ਗਿਆ। ਰਾਖਸ਼ਾਂ ਦੇ ਬੜੇ ਵੱਡੇ ਵੱਡੇ ਕੱਦ, ਰੰਗ ਕਾਲੇ, ਮੂੰਹ ਚੋਂ ਲੰਮੇ ਲੰਮੇ ਚਿੱਟੇ ਦੰਦ ਬਾਹਰ ਨਿਕਲੇ ਹੋਏ, ਨੱਕ ਤੇ ਮੂੰਹ ਦੇ ਛੇਕ ਖੂਹ ਵਾਂਗੂ ਵੱਡੇ ਵੱਡੇ, ਅੱਖਾਂ ਲਾਲ ਲਹੂ ਵਰਗੀਆਂ, ਗਲ ਹੱਡਾਂ ਦੀ ਮਾਲਾ। ਜਦ ਇਹ ਭਿਆਨਕ ਰੂਪ ਫੌਜ ਮਰਦਾਨੇ ਨੇ ਵੇਖੀ ਤਾਂ ਡਰ ਨਾਲ ਉਸ ਦੇ ਸਾਹ ਸੁੱਕ ਗਏ। ਕਹਿਣ ਲੱਗਾ, ਗੁਰੂ ਜੀ, ਕੁੱਥਾ ਮਾਰਿਆ ਜੇ, ਹੁਣ ਜਿਉਣਾ ਔਖਾ ਹੈ। ਜੇ ਕੋਈ ਉਪਾਅ ਹੋ ਸਕਦਾ ਹੈ ਤਾਂ ਕਰੋ, ਨਹੀਂ ਤਾਂ ਇਹਨਾਂ ਨੇ ਹੁਣੇ ਹੀ ਆਣ ਕੇ ਮਾਰ ਦੇਣਾ ਹੈ। ਮਰਦਾਨੇ ਨੇ ਇਸ ਤਰ੍ਹਾਂ ਭੈ ਭੀਤ ਹੋਇਆ ਵੇਖ ਕੇ ਗੁਰੂ ਜੀ ਨੇ ਕਿਹਾ, ਮਰਦਾਨਾ, ਕਰਤਾਰ ਕਰਤਾਰ ਜਪੀ ਜਾ ਤੇ ਮਨ ਵਿੱਚ ਧੀਰਜ ਧਾਰ ਕੇ ਤਮਾਸ਼ਾ ਵੇਖ ਕੀ ਬਣਦਾ ਹੈ। ਇਤਨੇ ਨੂੰ ਰਾਖਸ਼ਾਂ ਦੇ ਰਾਜੇ ਨੇ ਇਹਨਾਂ ਨੂੰ ਵੇਖ ਕੇ ਰਾਖਸ਼ਾਂ ਨੂੰ ਆਖਿਆ ਕਿ ਮਨੁੱਖ ਦਾ ਮਾਸ ਖਾਣ ਨੂੰ ਅੱਜ ਬੜੇ ਚਿਰ ਪਿੱਛੋਂ ਮਿਲਿਆ ਹੈ। ਜਾਓ, ਉਹ 3 ਮਨੁੱਖ ਜੋ ਪਹਾੜ ਪਾਸ ਬੈਠੇ ਹੋਏ ਹਨ ਫੜ ਲਿਆਓ। ਆਪਣੇ ਰਾਜੇ ਦਾ ਹੁਕਮ ਸੁਣ ਕੇ ਜਦ 3 ਰਾਖਸ਼ ਗੁਰੂ ਜੀ ਪਾਸ ਆਏ ਤਾਂ ਉਹ ਅੰਨੇ ਹੋ ਗਏ। ਉਹਨਾਂ ਨੂੰ ਰਾਸਤਾ ਵੀ ਨਾ ਦਿਸੇ ਕਿ ਕਿੱਧਰ ਜਾਣਾ ਹੈ। ਜਦ ਇਸ ਤਰ੍ਹਾਂ ਵਿਆਕੁਲ ਹੋ ਕੇ ਰਾਖਸ਼ ਪਿੱਛੇ ਮੁੜ ਪਏ ਤਾਂ ਉਹਨਾਂ ਨੂੰ ਦਿਸਣ ਲੱਗ ਪਿਆ। ਉਹਨਾਂ ਨੇ ਸਾਰੀ ਵਾਰਤਾ ਰਾਜੇ ਨੂੰ ਜਾ ਕੇ ਦੱਸੀ ਤਾਂ ਉਸਨੇ ਗੁੱਸੇ ਨਾਲ ਕਿਹਾ, ਉੱਥੇ ਜਾ ਕੇ ਤੁਹਾਡੀਆਂ ਅੱਖਾਂ ਨੂੰ ਕੀ ਹੋ ਗਿਆ ਸੀ। ਰਾਜੇ ਨੇ ਫਿਰ 3 ਆਦਮੀ ਹੋਰ ਭੇਜੇ ਜੋ ਦੌੜ ਕੇ ਗੁਰੂ ਜੀ ਲਾਗੇ ਗਏ ਤਾਂ ਪਹਿਲਾਂ 3 ਵਾਂਗੂ ਉਹ ਅੰਨੇ ਹੋ ਗਏ। ਉਹਨਾਂ ਨੇ ਰਾਜੇ ਨੂੰ ਆਣ ਦੱਸਿਆ, ਮਹਾਰਾਜ, ਜਦ ਅਸੀਂ ਉਹਨਾਂ ਦੇ ਨੇੜੇ ਜਾਂਦੇ ਹਾਂ ਤਾਂ ਅੰਨੇ ਹੋ ਜਾਂਦੇ ਹਾਂ, ਜਦ ਪਿੱਛੇ ਹਟਾਉਂਦੇ ਹਾਂ ਤਾਂ ਦਿਸਣ ਲੱਗ ਪੈਂਦਾ ਹੈ। ਇਹ ਹੈਰਾਨ ਕਰਨ ਵਾਲੀ ਗੱਲ ਹੈ, ਸਾਡੀ ਸਮਝ ਵਿੱਚ ਕੁਝ ਨਹੀਂ ਆਉਂਦਾ। ਇਸ ਤਰ੍ਹਾਂ
ਜਦ ਰਾਜੇ ਨੇ 7 ਵਾਰ 3-3 ਆਦਮੀ ਭੇਜੇ ਤਾਂ ਹੈਰਾਨ ਹੋ ਕੇ ਉਸਨੇ ਆਪਣੇ ਮੰਤਰੀ ਨੂੰ ਪੁੱਛਿਆ ਕਿ ਇਹ ਕੌਤਕ ਕੀ ਹੈ। 7 ਵਾਰ ਆਦਮੀ ਭੇਜੇ ਹਨ ਪਰ ਕੋਈ ਵੀ ਉਹਨਾਂ ਨੂੰ ਫੜ ਕੇ ਨਹੀਂ ਲਿਆਇਆ। ਮੰਤਰੀ ਨੇ ਕਿਹਾ, ਰਾਜਾ ਜੀ ਕੋਈ ਕਲਾਵਾਨ ਜਾਪਦਾ ਹੈ, ਜੇਕਰ ਹੁਕਮ ਕਰੋ ਤਾਂ ਮੈਂ ਆਪ ਜਾ ਕੇ ਵੇਖਾਂ। ਰਾਜੇ ਦੀ ਆਗਿਆ ਲੈ ਕੇ ਮੰਤਰੀ ਬੜੀ ਸ਼ਰਧਾ ਧਾਰ ਕੇ ਗੁਰੂ ਜੀ ਵੱਲ ਤੁਰ ਪਿਆ ਅਤੇ ਹੱਥ ਜੋੜ ਕੇ ਅਰਦਾਸਾਂ ਕਰਦਾ ਹੋਇਆ ਆਪ ਜੀ ਪਾਸ ਆਣ ਕੇ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਿਆ ਅਤੇ ਬੇਨਤੀ ਕਰਕੇ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ ਅਤੇ ਕਿੱਥੋਂ ਚੱਲ ਕੇ ਆਏ ਹੋ, ਅੱਗੇ ਕਿੱਥੇ ਜਾਓਗੇ। ਗੁਰੂ ਜੀ ਨੇ ਕਿਹਾ, ਸਾਡਾ ਨਾਮ ਨਾਨਕ ਨਿਰੰਕਾਰੀ ਹੈ, ਵਿਰਾਗ ਧਾਰਨ ਕਰਕੇ ਆਪਣੀ ਮੌਜ ਵਿੱਚ ਵਿਚਰ ਰਹੇ ਹਾਂ। ਵਜ਼ੀਰ ਨੇ ਜਾ ਕੇ ਰਾਜੇ ਨੂੰ ਦੱਸਿਆ ਕਿ ਤੁਹਾਡੇ ਨਗਰ ਵਿੱਚ ਕਰਤਾਰ ਆਪ ਆਇਆ ਹੈ, ਸ਼ਰਧਾ ਧਾਰ ਕੇ ਉਹਨਾਂ ਦੀ ਸ਼ਰਨ ਪਵੋ, ਤੁਹਾਡਾ ਨਿਸਤਾਰਾ ਹੋ ਜਾਵੇਗਾ। ਦੇਵਲੂਤ ਨੇ ਵਜ਼ੀਰ ਨੂੰ ਕਿਹਾ, ਮਨੁੱਖ ਮੇਰੀ ਖੁਰਾਕ ਚਾਹੀਦੀ ਹੈ, ਮੈਂ ਤੇਰੀ ਗੱਲ ਮੰਨ ਕੇ ਉਹਨਾਂ ਦੀ ਸ਼ਰਨ ਗ੍ਰਹਿਣ ਨਹੀਂ ਕਰ ਸਕਦਾ, ਮੈਂ ਆਪ ਜਾ ਕੇ ਵੇਖਦਾ ਹਾਂ ਉਹ ਕੈਸੇ ਹਨ। ਜਦ ਦੇਵਲੂਤ ਸਾਰੇ ਰਾਖਸ਼ਾਂ ਨੂੰ ਨਾਲ ਲੈ ਕੇ ਗੁਰੂ ਜੀ ਵੱਲ ਆਇਆ ਤਾਂ ਗੁਰੂ ਜੀ ਦੇ ਨੇੜੇ ਆਣ ਕੇ ਇੱਕ ਮੰਤਰੀ ਤੋਂ ਬਿਨਾਂ ਸਾਰੇ ਰਾਖਸ਼ਾਂ ਸਹਿਤ ਅੰਨਾ ਹੋ ਗਿਆ। ਇਹ ਕੌਤਕ ਵੇਖ ਕੇ ਦੇਵਲੂਤ ਨੇ ਕਿਹਾ, ਹੇ ਮੰਤਰੀ, ਜੈਸਾ ਤੂੰ ਕਹਿੰਦਾ ਸੀ ਵੈਸੇ ਹੀ ਪੂਰਨ ਪੁਰਖ ਹਨ। ਹੁਣ ਜੇ ਇਹ ਕਿਰਪਾ ਕਰਕੇ ਦਰਸ਼ਨ ਦੇਣ ਤਾਂ ਮੈਂ ਇਹਨਾਂ ਦੀ ਚਰਨ ਸ਼ਰਨ ਲੈ ਕੇ ਸਦਾ ਲਈ ਇਹਨਾਂ ਦਾ ਸੇਵਾਦਾਰ ਬਣਿਆ ਰਹਾਂਗਾ। ਜਦੋਂ ਵਜ਼ੀਰ ਨੇ ਸਮਝ ਲਿਆ ਕਿ ਰਾਜਾ ਸ਼ਰਧਾਵਾਨ ਹੋ ਗਿਆ ਹੈ, ਇਸ ਦੇ ਮਨ ਵਿੱਚ ਕੋਈ ਮੈਲ ਨਹੀਂ ਰਹੀ, ਤਾਂ ਉਸਨੇ ਗੁਰੂ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਹੇ ਮੁਕਤੀਦਾਤਾ, ਰਾਜੇ ਨੂੰ ਹੁਣ ਪ੍ਰਤੀਤ ਆ ਗਈ ਹੈ, ਇਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਦਰਸ਼ਨ ਦਿਓ। ਗੁਰੂ ਜੀ ਨੇ ਕਿਹਾ, ਰਾਜਾ ਅੱਖਾਂ ਖੋਲ ਕੇ ਵੇਖ, ਅਸੀਂ ਤੇਰੇ ਪਾਸ ਹੀ ਬੈਠੇ ਹਾਂ। ਰਾਜੇ ਨੇ ਜਦ ਇਹ ਬਚਨ ਸੁਣਿਆ ਤਾਂ ਉਸ ਦੇ ਨੇਤਰ ਖੁੱਲ੍ਹ ਗਏ। ਉਸਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਕਿ ਮੈਂ ਆਪ ਜੀ ਦੀਆਂ ਜੋ ਅਵੱਗਿਆ ਕੀਤੀ ਹੈ ਉਸ ਲਈ ਮੈਨੂੰ ਮਾਫ ਕਰ ਦਿਓ ਅਤੇ ਮੇਰੇ ਨਾਲ ਨਗਰ ਵਿੱਚ ਚੱਲ ਕੇ ਨਿਵਾਸ ਕਰੋ। ਉਸ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਉਸ ਦੇ ਘਰ ਚਲੇ ਗਏ ਸਨ। ਦੇਵਲੂਤ ਨੇ ਆਪ ਜੀ ਦਾ ਇੱਕ ਸੁੰਦਰ ਮੰਦਰ ਵਿੱਚ ਨਿਵਾਸ ਕਰਾ ਕੇ ਬਹੁਤ ਸੇਵਾ ਕੀਤੀ ਸੀ। ਦੇਵਲੂਤ ਨੇ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਆਪਣੇ ਘਰ ਨਿਵਾਸ ਕਰਾ ਕੇ ਛਕਣ ਵਾਸਤੇ ਫਲ, ਮੇਵੇ ਤੇ ਹੋਰ ਪਦਾਰਥ ਭੇਟਾ ਕਰਕੇ ਬੇਨਤੀ ਕੀਤੀ ਕਿ ਛਕਣਾ ਕਰੋ। ਗੁਰੂ ਜੀ ਨੇ ਕਿਹਾ, ਜੇਕਰ ਪਹਿਲਾਂ ਤੂੰ ਸਾਡੀ ਇੱਕ ਗੱਲ ਮੰਨ ਲਵੇਂਗਾ ਤਾਂ ਅਸੀਂ ਤੇਰਾ ਇਹ ਭੋਜਨ ਛਕਾਂਗੇ। ਤੁਸੀਂ ਰਾਖਸ਼ ਲੋਕ ਜੀਵ ਹੱਤਿਆ ਕਰਨ ਵਾਲੇ ਹੋ। ਦੇਵਲੂਤ ਨੇ ਕਿਹਾ, ਸੰਤ ਜੀ ਜਿਵੇਂ ਹੁਕਮ ਕਰੋਗੇ ਮੈਂ ਉਸ ਤਰ੍ਹਾਂ ਹੀ ਮੰਨਾਂਗਾ। ਗੁਰੂ ਜੀ ਨੇ ਕਿਹਾ, ਪਹਿਲਾਂ ਮਾंस ਖਾਣਾ ਛੱਡੋ ਜਿਸ ਵਾਸਤੇ ਤੁਸੀਂ ਜੀਵ ਹੱਤਿਆ ਕਰਦੇ ਹੋ। ਨਾਮ ਜਪਣਾ ਕਰੋ ਜਿਸ ਨਾਲ ਤੁਹਾਡਾ ਲੋਕ ਪਰਲੋਕ ਸੁਧਰੇ। ਬਹੁਤ ਸਮਾਂ ਹੋਇਆ ਰਾਖਸ਼ਾਂ ਦੀ ਕੁੱਲ ਵਿੱਚ ਹਰਨਾਕਸ਼ ਦੇ ਘਰ ਪੈਦਾ ਹੋ ਕੇ ਪ੍ਰਹਿਲਾਦ ਨੇ ਨਾਮ ਜਪਿਆ ਸੀ, ਜਿਸ ਦੀ ਪਰਮਾਤਮਾ ਨੇ ਦੋਹਾਂ ਲੋਕਾਂ ਵਿੱਚ ਪੈਜ ਰੱਖੀ। ਇਹ ਗੱਲ ਅੱਜ ਤੱਕ ਪ੍ਰਸਿੱਧ ਚੱਲੀ ਆ ਰਹੀ ਹੈ। ਰਾਵਣ ਤੇ ਵਿਭੀਖਣ ਦੋਵੇਂ ਭਾਈ ਸਨ। ਰਾਵਣ ਨੂੰ ਸ਼੍ਰੀ ਰਾਮਚੰਦਰ ਜੀ ਨੇ ਮਾਰ ਕੇ ਵਿਭੀਖਣ ਨੂੰ ਆਪਣਾ ਭਗਤ ਜਾਣ ਕੇ ਲੰਕਾ ਦਾ ਰਾਜ ਦੇ ਦਿੱਤਾ। ਤੂੰ ਵੀ ਵਿਭੀਖਣ ਵਾਂਗੂ ਸ਼ਰਧਾ ਨਾਲ ਭਗਤੀ ਕਰ ਤੇ ਨਾਮ ਜਪ। ਤੁਸੀਂ ਜਿਹੜੇ ਜੀਵ ਹੱਤਿਆ ਦੇ ਪਾਪ ਕਰਦੇ ਹੋ, ਇਹਨਾਂ ਦੇ ਕਾਰਨ ਤੁਸੀਂ ਨਰਕ ਭੋਗੋਗੇ ਤੇ ਦੁੱਖ ਪਾਓਗੇ। ਨਾਮ ਤੋਂ ਬਿਨਾਂ ਉੱਥੇ ਤੁਹਾਡੀ ਹੋਰ ਕਿਸੇ ਨੇ ਰੱਖਿਆ ਨਹੀਂ ਕਰਨੀ। ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜਾ ਤੇ ਵਜ਼ੀਰ ਦੋਵੇਂ ਆਪ ਜੀ ਦੇ ਚਰਨਾਂ ਤੇ ਪੈ ਗਏ ਅਤੇ ਕਿਹਾ, ਅਸੀਂ ਤੁਹਾਡੇ ਹੁਕਮ ਅਨੁਸਾਰ ਚੱਲਾਂਗੇ। ਦੇਵਲੂਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਭੋਜਨ ਤਿਆਰ ਕਰੋ। ਜਦ ਭਾਈ ਬਾਲਾ ਜੀ ਭੋਜਨ ਤਿਆਰ ਕਰਕੇ ਦਿੱਤਾ ਤਾਂ ਗੁਰੂ ਜੀ ਨੇ ਅੱਧਾ ਪ੍ਰਸ਼ਾਦ ਆਪ ਛਕਿਆ ਤੇ ਬਾਕੀ ਦਾ ਅੱਧਾ ਰਾਜੇ ਤੇ ਉਸ ਦੇ ਮੰਤਰੀ ਨੂੰ ਛਕਣ ਵਾਸਤੇ ਦਿੱਤਾ। ਪ੍ਰਸ਼ਾਦ ਛਕਣ ਨਾਲ ਹੀ ਉਹਨਾਂ ਦੋਹਾਂ ਦੇ ਕਪਾਟ ਖੁੱਲ੍ਹ ਗਏ ਅਤੇ ਤਤਕਾਲ ਹੀ ਮੁਕਤੀ ਦੇ ਅਧਿਕਾਰੀ ਹੋਏ। ਗੁਰੂ ਜੀ ਨੇ ਉੱਥੇ ਕੁਝ ਸਮਾਂ ਨਿਵਾਸ ਕਰਕੇ ਸਾਰੇ ਰਾਖਸ਼ਾਂ ਨੂੰ ਨਾਮ ਜਪਣ ਵਿੱਚ ਲਾ ਕੇ ਗੁਰਸਿੱਖੀ ਜਾਣੀ ਕਿ ਸਤਸੰਗ ਕਰਨ ਦੀ ਮਰਿਆਦਾ ਸਥਾਪਨ ਕੀਤੀ। ਉਪਰੰਤ ਜਦ ਗੁਰੂ ਜੀ ਉੱਥੋਂ ਤੁਰਨ ਲੱਗੇ ਤਾਂ ਆਪ ਜੀ ਨੇ ਦੇਵਲੂਤ ਨੂੰ ਕਿਹਾ, ਹੇ ਰਾਜਾ ਦੇਵਲੂਤ, ਅਸਾਂ ਸੁਦਰਸੈਨ ਨੂੰ ਮਹਾਰਾਜਾ ਬਣਾਇਆ ਹੈ, ਤੁਸਾਂ ਉਸ ਦਾ ਹੁਕਮ ਮੰਨਣਾ। ਦੇਵਲੂਤ ਨੇ ਕਿਹਾ, ਮਹਾਰਾਜ, ਮੇਰੇ ਨਾਲੋਂ ਤਾਂ ਹੁਣ ਇਹ ਮਿੱਟੀ ਵੀ ਚੰਗੀ ਹੈ, ਕਿਉਂਕਿ ਮੇਰੇ ਵਿੱਚ ਇੱਕ ਤੀਲਾ ਤੋੜਨ ਦੀ ਵੀ ਸਮਰੱਥਾ ਨਹੀਂ ਰਹੀ। ਅੱਜ ਤੋਂ ਮੈਂ ਤੁਹਾਡਾ ਹੁਕਮ ਮੰਨ ਕੇ ਸੁਦਰਸੈਨ ਨੂੰ ਹੀ ਆਪਣਾ ਸੁਆਮੀ ਮੰਨਾਂਗਾ। ਜਦ ਗੁਰੂ ਜੀ ਵਿਦਾ ਹੋਣ ਲੱਗੇ ਤਾਂ ਰਾਖਸ਼ਾਂ ਨੇ ਮਿਲ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਗੁਰੂ ਨਾਨਕ ਜੀ ਦਾ ਨਾਮ ਜਪਣ ਲੱਗੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।